सरकार ਵੱਲੋਂ ਵੈਸੇ ਤਾਂ ਹਰ ਵਰਗ ਨੂੰ ਹੀ ਗੁੰਮਰਾਹ ਕੀਤਾ ਗਿਆ ਹੈ। ਇਹ ਪੇ ਕਮਿਸ਼ਨ ਦੇ ਵਿੱਚ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਬਹੁਤ ਗੁੰਮਰਾਹ ਕੀਤਾ ਹੈ। ਜਿਹੜੀ 2016 ਤੋਂ ਲੈ ਕੇ 2021 ਤੱਕ ਜਿਹੜਾ 17% ਡੀਏ ਬਣਦਾ ਹੈ ਉਹਦੇ ਬਾਰੇ ਵੀ ਚੁੱਪ ਹੈ। ਤਨਖਾਹ ਦੇ ਏਰੀਅਰਸ ਬਾਰੇ ਵੀ ਚੁੱਪ ਹੈ ਅਤੇ ਭਵਿੱਖ ਦੇ ਵਿੱਚ ਕਿੰਨੇ ਪਰਸੈਂਟ ਡੀਏ ਤੋਂ ਜਿਹੜਾ ਐਡ ਕੀਤਾ ਜਾਏਗਾ ਨਵੀਂ ਤਨਖਾਹ ਦੇ ਵਿੱਚ ਜਿਹੜਾ ਜੁਲਾਈ ਦੇ ਵਿੱਚ ਉਹਦੇ ਬਾਰੇ ਵੀ ਚੁੱਪ ਹੈ। ਮੈਂ ਕਿਹਾ ਸੀ ਵੀ ਤੁਸੀਂ ਪੇ ਕਮਿਸ਼ਨ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਬਜਟ 'ਚ। ਉਹਨਾਂ ਨੇ ਖੜੇ ਹੋ ਕੇ ਮੇਰਾ ਜਵਾਬ ਦਿੱਤਾ ਸੀ ਮੈਂ 8000 ਕਰੋੜ ਰੁਪਏ ਦਾ ਵਿੱਚ ਪ੍ਰਬੰਧ ਕੀਤਾ ਹੈਗਾ। ਜਿਹੜੀਆਂ 8 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਸਰਕਾਰ ਨੇ ਆਉਂਦੇ 9 ਮਹੀਨੇ ਵਿੱਤੀ ਸਾਲ ਦੇ ਵਿੱਚ ਦੇਣੀਆਂ ਨੇ, ਜੇ ਸਾਰਿਆਂ ਨੂੰ ਜੋੜੀਏ ਤਾਂ 25000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਬਣਦਾ ਹੈ। ਵੈਸੇ ਤਾਂ ਕੇਂਦਰ ਸਰਕਾਰ ਦਾ ਤਾਂ 17% ਡੀਏ ਆਲਰੇਡੀ ਅਨਾਉਂਸ ਹੋ ਚੁੱਕਿਆ ਹੈ, ਪਰ ਕੀ ਉਹ 17% ਡੀਏ ਦੇ ਨਾਲ ਹੀ ਤਨਖਾਹ ਦੇਣਗੇ? ਅੱਜ ਤੁਸੀਂ ਆਏ ਹੋ ਤੇ ਸਾਰੇ ਪੰਜਾਬ ਦੇ ਵਿੱਚ ਹੀ ਮੁਲਾਜ਼ਮਾਂ ਵੱਲੋਂ ਜੋ ਪੇ ਕਮਿਸ਼ਨ ਲਾਗੂ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ 6ਵੀਂ ਪੇ ਕਮਿਸ਼ਨ, ਉਹਦੇ ਵਿਰੋਧ 'ਚ ਪ੍ਰਦਰਸ਼ਨ ਹੋ ਰਹੇ ਨੇ। ਚਲੋ ਮੁਲਾਜ਼ਮਾਂ ਦੀਆਂ ਡਿਮਾਂਡਸ ਹੋਰ ਹੁੰਦੀਆਂ, ਕਈ ਵਾਰ ਸਰਕਾਰਾਂ ਨੂੰ ਇਹ ਵੀ ਹੁੰਦਾ ਵੀ ਸ਼ਾਇਦ ਮੁਲਾਜ਼ਮ ਜ਼ਿਆਦਾ ਮੰਗ ਰਹੇ ਹੈ, ਪਰ ਅਸਲ ਦੇ ਵਿੱਚ ਸੱਚਾਈ ਕੀ ਹੈ ਤੇ ਤੱਥ ਕੀ ਨੇ, ਸਰਕਾਰ ਜੋ ਕਹਿ ਰਹੀ ਹੈ ਉਹਦੇ ਵਿੱਚ ਤੇ ਸੱਚਾਈ 'ਚ ਕੀ ਅੰਤਰ ਹੈ, ਉਸ ਸੰਬੰਧੀ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਿਹਾ। ਕਿਉਂਕਿ ਪਹਿਲਾਂ ਵਿੱਤ ਮੰਤਰੀ ਰਹੇ ਹੋਣ ਦੇ ਨਾਤੇ ਮੈਂ ਅਹਿਸਾਸ ਕਰਦਾ ਵੀ ਸਰਕਾਰ ਵੱਲੋਂ ਵੈਸੇ ਤਾਂ ਹਰ ਵਰਗ ਨੂੰ ਹੀ ਗੁੰਮਰਾਹ ਕੀਤਾ ਗਿਆ ਹੈ। ਇਹ ਪੇ ਕਮਿਸ਼ਨ ਦੇ ਵਿੱਚ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਬਹੁਤ ਗੁੰਮਰਾਹ ਕੀਤਾ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਜਦ ਪੇ ਕਮਿਸ਼ਨ ਦੀ ਨੋਟੀਫਿਕੇਸ਼ਨ ਕੀਤੀ ਹੈ ਕਿ ਅਸੀਂ 259 ਗੁਣਾ ਜਿਹੜਾ ਹੈ ਪਰਸੈਂਟ ਅਸੀਂ ਇੰਕਰੀਜ਼ ਦਿੱਤੀ ਹੈ, 259% ਇੰਕਰੀਜ਼ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਵਿੱਚ। ਪਰ ਅਸਲ ਦੇ ਵਿੱਚ ਜੇ ਅਸੀਂ 1 ਜਨਵਰੀ 2016 ਨੂੰ ਉਸ ਡੇਟ ਨੂੰ ਗਿਣੀਏ ਤਾਂ ਸਿਰਫ ਮੁਲਾਜ਼ਮਾਂ ਨੂੰ 7% ਇੰਕਰੀਜ਼ ਜਿਹੜਾ ਸੈਲਰੀ ਦੇ ਵਿੱਚ ਵਾਧਾ ਮਿਲਿਆ। ਉਹ ਕਿਵੇਂ? ਕਿਉਂਕਿ ਉਸ ਡੇਟ ਨੂੰ 125% ਡੀਏ ਸੀ। ਜੇ ਅਸੀਂ ਸਿਰਫ ਇਕੱਲਾ ਡੀਏ ਨੂੰ ਲਾ ਲਓ, ਬਾਕੀ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ, ਇਕੱਲੇ ਡੀਏ ਨੂੰ ਜੇ ਅਸੀਂ ਮਰਜ ਕਰ ਦਈਏ ਤਾਂ ਵੀ ਸਿਰਫ 7% ਵਾਧਾ ਮਿਲਿਆ ਉਹਨਾਂ ਨੂੰ। ਜਿਹੜਾ ਆਮ ਹੁਣ ਤੱਕ ਜੋ ਪੇ ਕਮਿਸ਼ਨਾਂ ਹੁੰਦੀਆਂ ਰਹੀਆਂ ਉਹ 15 ਤੋਂ ਲੈ ਕੇ 20% ਵਾਧਾ ਮੁਲਾਜ਼ਮਾਂ ਨੂੰ ਹਰ ਵਾਰੀ ਦਿੱਤੀਆਂ ਰਹੀਆਂ, ਪਰ ਇਹ 7% ਤਾਂ ਹੈ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਐਡ ਕਰੀਏ, ਡੀਏ, ਏਰੀਅਰਸ। ਪਰ ਜੇ ਅਸੀਂ ਉਹਨਾਂ ਨੂੰ ਜਿਹੜਾ ਸਰਕਾਰ ਨੇ ਉਸ ਬਾਰੇ ਅੱਜ ਕੋਈ ਜਵਾਬ ਨਹੀਂ ਦਿੱਤਾ ਨੋਟੀਫਿਕੇਸ਼ਨ ਦੇ ਵਿੱਚ, ਨਾ ਤਾਂ ਡੀਏ ਦੀ ਭਵਿੱਖ ਦੀ ਜਿਹੜੀ 2016 ਤੋਂ ਲੈ ਕੇ 2021 ਤੱਕ ਜਿਹੜਾ 17% ਡੀਏ ਬਣਦਾ ਹੈ ਉਹਦੇ ਬਾਰੇ ਵੀ ਚੁੱਪ ਹੈ, ਤਨਖਾਹ ਦੇ ਏਰੀਅਰਸ ਬਾਰੇ ਵੀ ਚੁੱਪ ਹੈ ਅਤੇ ਭਵਿੱਖ ਦੇ ਵਿੱਚ ਕਿੰਨੇ ਪਰਸੈਂਟ ਡੀਏ ਤੋਂ ਜਿਹੜਾ ਐਡ ਕੀਤਾ ਜਾਏਗਾ ਨਵੀਂ ਤਨਖਾਹ ਦੇ ਵਿੱਚ ਜਿਹੜਾ ਜੁਲਾਈ ਦੇ ਵਿੱਚ ਉਹਦੇ ਬਾਰੇ ਵੀ ਚੁੱਪ ਹੈ। ਸੋ ਜੇ ਉਹਨੂੰ ਅਸੀਂ ਰੱਖੀਏ ਧਿਆਨ ਤਾਂ ਮੈਂ ਸਮਝਦਾ ਮੁਲਾਜ਼ਮਾਂ ਨੂੰ ਘੱਟ ਹੈ ਤਨਖਾਹ ਦੇ ਵਿੱਚ, ਕਿਉਂਕਿ ਸਰਕਾਰ ਦੀ ਮਨਸ਼ਾ ਨਹੀਂ ਲੱਗਦੀ ਦੇਣ ਦੀ। ਉਹ ਇੱਕ ਆંકੜੇ ਮੈਂ ਵਿਧਾਨ ਸਭਾ ਦੇ ਵਿੱਚ ਜਦ ਬਜਟ ਤੇ ਬੋਲੇ ਸੀ ਵਿੱਤ ਮੰਤਰੀ, ਮੈਂ ਉਹਨਾਂ ਨੂੰ ਗੱਲ ਕਹੀ ਸੀ, ਸ਼ਾਇਦ ਤੁਹਾਡੇ ਵਿੱਚੋਂ ਉੱਥੇ ਕਈਆਂ ਨੇ ਉਹ ਬਹਿਸ ਵੀ ਸੁਣੀ ਸੀ। ਮੈਂ ਕਿਹਾ ਸੀ ਵੀ ਤੁਸੀਂ ਪੇ ਕਮਿਸ਼ਨ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਬਜਟ 'ਚ। ਉਹਨਾਂ ਨੇ ਖੜੇ ਹੋ ਕੇ ਮੇਰਾ ਜਵਾਬ ਦਿੱਤਾ ਸੀ ਮੈਂ 8000 ਕਰੋੜ ਰੁਪਏ ਦਾ ਵਿੱਚ ਪ੍ਰਬੰਧ ਕੀਤਾ ਹੈਗਾ। ਚਲੋ ਉਹਨਾਂ ਨੂੰ ਇਹ ਵੀ ਮੰਨ ਲਈਏ ਵੀ ਉਹਨਾਂ ਨੇ 8000 ਕਰੋੜ ਦਾ ਪ੍ਰਬੰਧ ਕੀਤਾ ਹੈ, ਪਰ ਜੇ ਅਸੀਂ ਮੁਲਾਜ਼ਮਾਂ ਦਾ ਸਾਰਾ ਡੀਏ, ਮੁਲਾਜ਼ਮਾਂ ਦੀਆਂ ਤਨਖਾਹ ਜਿਹੜਾ 2016 ਤੋਂ ਇਹਨਾਂ ਨੇ ਤਨਖਾਹ ਨੂੰ ਮੰਨੀ ਹੈ ਉਹਦੇ ਏਰੀਅਰ ਅਤੇ ਭਵਿੱਖ ਦੇ
ਜਿਹੜੀਆਂ 8 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਸਰਕਾਰ ਨੇ ਆਉਂਦੇ 9 ਮਹੀਨੇ ਵਿੱਤੀ ਸਾਲ ਦੇ ਵਿੱਚ ਦੇਣੀਆਂ ਨੇ, ਜੇ ਸਾਰਿਆਂ ਨੂੰ ਜੋੜੀਏ ਤਾਂ 25,000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਬਣਦਾ ਹੈ। ਕਿਵੇਂ ਮੈਂ ਕਹਿ ਰਿਹਾ, ਕਿਉਂਕਿ ਸਰਕਾਰ ਇਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦੇ ਵਿੱਚ ਸਪੀਚ ਦਿੰਦੇ ਹੋਏ ਇਹ ਗੱਲ ਕਹੀ ਸੀ। ਇਹ ਬਜਟ ਦੀ ਵੀ ਮੈਂ ਸਪੀਚ ਲੈ ਕੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ, ਉਹਨੇ ਸਪੈਸ਼ਲ ਤੇ ਉੱਥੇ ਦੱਸਦਾ, ਉਹਨਾਂ ਨੇ ਕਿਹਾ ਸੀ ਆਈ ਆਲਸੋ ਅਨਾਊਂਸ ਟੂ ਪੇ ਦ ਏਰੀਅਰਸ ਇਫ ਐਨੀ in staggered manner, of which the first installment shall be paid on October 2021 and second installment in January 2022। मतलब ਇਸੇ ਵਿੱਤੀ ਸਾਲ 'ਚ ਉਹਨਾਂ ਨੇ ਕਿਹਾ ਵੀ ਅਸੀਂ ਪੇ ਕਰਾਂਗੇ। ਬਣਦਾ 25,000 ਕਰੋੜ ਘੱਟੋ ਘੱਟ। ਮੈਂ ਕਿਉਂਕਿ ਹਜੇ ਜੇ ਇਹਨੂੰ ਪੂਰੀ ਘੋਖ ਜਿਹੜਾ ਐਗਜ਼ੈਕਟ ਫਿਗਰਸ, ਮੈਂ ਸਾਰੇ ਜਿਹੜੇ ਫਿਗਰਸ ਨੇ ਉਹ ਥੋੜ੍ਹੇ ਜਿਹੇ ਘਟਾ ਕੇ ਹੀ ਰੱਖੇ ਨੇ, ਕੋਈ ਫਿਗਰ ਨੂੰ ਵਧਾ ਕੇ ਨਹੀਂ ਰੱਖਿਆ। ਜੇ ਅਸੀਂ ਸਿਰਫ ਇਹ ਜਿਹੜਾ ਏਰੀਅਰਸ ਲਗਾ ਲਈਏ ਸਾਰੇ ਤੇ ਭਵਿੱਖ ਦੀਆਂ ਸੈਲਰੀਜ਼ ਲਾ ਲਈਏ ਤਾਂ 25,000 ਕਰੋੜ ਰੁਪਇਆ ਬਣਦਾ, ਤੇ ਇਹਨਾਂ ਨੇ ਰੱਖਿਆ 8,000 ਕਰੋੜ ਰੁਪਇਆ। ਤੇ ਫਿਰ ਇਹ ਤਾਂ ਹੀ ਕਰਕੇ ਇਹਨਾਂ ਨੇ ਨਾ ਤਾਂ ਪਿਛਲੇ ਡੀਏ ਦੇ ਏਰੀਅਰਸ ਦੇਣ ਦੀ ਗੱਲ ਕੀਤੀ ਹੈ ਹੁਣ ਤੱਕ ਦੇ, ਨਾ ਹੀ ਇਹਨਾਂ ਨੇ ਤਨਖਾਹ ਜਿਹੜੀ ਹੈ 2016 ਤੋਂ ਹੁਣ ਰਿਵਾਈਜ਼ ਹੋਈ ਆ ਉਹਦੇ ਏਰੀਅਰਸ ਦੀ ਗੱਲ ਕੀਤੀ ਹੈ, ਤੇ ਨਾ ਹੀ ਉਹਨਾਂ ਨੇ ਤੀਜੀ ਗੱਲ ਜਿਹੜੀ ਹੈ ਵੀ ਕੀ ਅਗਲੀ ਤਨਖਾਹ ਦੇ ਨਾਲ 17% ਡੀਏ ਜਾਂ ਜਿੰਨਾ ਵੀ ਡੀਏ ਕਿੰਨਾ ਦੇਣਗੇ ਉਹਦੇ ਬਾਰੇ ਵੀ ਕੋਈ ਗੱਲ ਨਹੀਂ। ਤੇ ਫਿਰ ਤਾਂ ਜਿਹੜਾ ਇਹ ਜੋ ਨੋਟੀਫਿਕੇਸ਼ਨ ਇਹਨਾਂ ਨੇ ਕੀਤੀ ਹੈ ਇਹ ਕੋਈ ਮਾਇਨੇ ਨਹੀਂ ਰੱਖਦੀ। ਜੇ ਤੁਸੀਂ ਇਹ ਵੱਡੇ ਫੈਕਟਰ ਨੇ ਜਿਹੜੇ ਉਹਨਾਂ ਬਾਰੇ ਸਰਕਾਰ ਚੁੱਪ ਹੈ, ਫਿਰ ਤਾਂ ਮਤਲਬ ਜਿਹੜੀ ਇਹਨਾਂ ਨੇ ਪ੍ਰੈਸ ਜਿਹੜੀ ਇਹ ਨੋਟੀਫਿਕੇਸ਼ਨ ਕੀਤੀ ਹੈ ਇਹ ਬਿਲਕੁਲ ਹੀ ਕੋਈ ਮਾਇਨੇ ਨਹੀਂ ਰੱਖਦੀ। ਇਹ ਵੀ ਮਤਲਬ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਸੋ ਮੈਂ ਤਾਂ ਸਰਕਾਰ ਨੂੰ ਇੱਕੋ ਹੀ ਗੱਲ ਦਾ ਜਵਾਬ ਮੰਗਦਾ ਕਿ ਪਹਿਲਾਂ ਤਾਂ ਕੀ ਜਿਹੜੀ ਗੱਲ ਉਹਨਾਂ ਨੇ ਬਜਟ ਦੇ ਵਿੱਚ ਕਹੀ ਸੀ ਕਿ ਅਸੀਂ ਸਾਰੇ ਏਰੀਅਰਸ ਚਾਹੇ ਡੀਏ ਦੇ ਚਾਹੇ ਤਨਖਾਹ ਦੇ ਅਸੀਂ ਇਸ ਸਾਲ ਦੇ ਵਿੱਚ ਅਕਤੂਬਰ ਤੇ ਜਨਵਰੀ ਦੇ ਮਹੀਨੇ 'ਚ ਦੇਵਾਂਗੇ, ਕਿ ਅੱਜ ਵੀ ਉਸ ਗੱਲ ਤੇ ਉਹ ਖੜੇ ਨੇ ਕਿ ਸਰਕਾਰ ਉਸ ਗੱਲ ਤੋਂ ਮੁਨਕਰ ਹੋ ਗਈ ਜਿਵੇਂ ਹੁਣ ਤੱਕ ਹਰ ਗੱਲ ਤੋਂ ਭੱਜਦੀ ਰਹੀ ਹੈ। ਤੇ ਦੂਜਾ, ਜਿਹੜੀਆਂ ਆਉਣ ਵਾਲੀ ਜੁਲਾਈ ਦੇ ਮਹੀਨੇ ਦੀ ਤਨਖਾਹ ਹੈ ਉਹਦੇ ਨਾਲ ਕਿੰਨੇ % ਡੀਏ ਜੋੜ ਕੇ ਦੇਣਗੇ ਇਹ ਵੀ ਸਪਸ਼ਟ ਕਰਨ। ਵੈਸੇ ਤਾਂ ਕੇਂਦਰ ਸਰਕਾਰ ਦਾ ਤਾਂ 17% ਡੀਏ ਆਲਰੇਡੀ ਅਨਾਊਂਸ ਹੋ ਚੁੱਕਿਆ ਹੈ, ਪਰ ਕੀ ਉਹ 17% ਡੀਏ ਦੇ ਨਾਲ ਹੀ ਤਨਖਾਹ ਦੇਣਗੇ? ਇਹਦੇ ਬਾਰੇ ਵੀ ਜਿਹੜਾ ਹੈ ਬਿਲਕੁਲ ਮੇਰੀ ਇਹਨੂੰ ਸਪਸ਼ਟ ਕਰਨ। ਤੇ 2-3 ਹੋਰ ਕੁਝ ਗੱਲਾਂ ਜਿਹੜੀਆਂ ਬੜੀਆਂ ਅਹਿਮ ਨੇ ਜਿਹੜੀਆਂ ਉਹਨਾਂ ਨੇ ਆਪਦੇ ਇਸ ਇਹਦੇ ਵਿੱਚ ਛੱਡਤੀਆਂ, ਜਿਨ੍ਹਾਂ ਬਾਰੇ ਅੱਜ ਮੁਲਾਜ਼ਮਾਂ 'ਚ ਬੜਾ ਵੱਡਾ ਰੋਸ ਵੀ ਹੈ। ਇੱਕ ਤਾਂ ਹਾਊਸ ਰੈਂਟ ਅਲਾਊਂਸ ਘਟਾਤਾ, ਜਿਹੜਾ ਮੁਲਾਜ਼ਮਾਂ ਨੂੰ ਪਹਿਲਾਂ ਹਾਊਸ ਰੈਂਟ ਅਲਾਊਂਸ ਮਿਲਦਾ ਸੀ ਉਹ 20% ਤੋਂ ਘਟਾ ਕੇ 16% ਕਰਤਾ। ਦੂਜਾ, ਰੂਰਲ ਏਰੀਆ ਅਲਾਊਂਸ 6% ਤੋਂ ਘਟਾ ਕੇ 5% ਕਰਤਾ। ਹੁਣ ਸਰਕਾਰ ਇਹ ਦੱਸੇ ਵੀ ਪੇਂਡੂ ਖੇਤਰਾਂ 'ਚ ਤਾਂ ਪਹਿਲਾਂ ਹੀ ਕੋਈ ਜਾਣ ਨੂੰ ਤਿਆਰ ਨਹੀਂ, ਨਾ ਹੀ ਡਾਕਟਰ ਜਾਣ ਨੂੰ ਤਿਆਰ ਨੇ, ਨਾ ਹੀ ਟੀਚਰ ਜਾਣ ਨੂੰ ਤਿਆਰ ਨੇ। ਇਹ ਰੂਰਲ ਏਰੀਆ ਅਲਾਊਂਸ ਵਧਾਉਣ ਦੀ ਬਜਾਏ ਘਟਾਤਾ। ਹੁਣ ਕਿਹੜਾ ਉੱਥੇ ਪੋਸਟਿੰਗ ਲਏਗਾ? ਕੀ ਮਨਸ਼ਾ ਲੈ ਕੇ ਇਹਨਾਂ ਨੇ ਇਹ ਜਿਹੜਾ ਹੈ ਅਲਾਊਂਸ ਘਟਾਇਆ? ਤੇ ਇਹਦਾ ਬਹੁਤ ਇੱਕ ਨੈਗੇਟਿਵ ਜਿਹੜਾ ਇਫੈਕਟ ਹੈ ਉਹ ਪਏਗਾ। ਇੱਕ ਸਭ ਤੋਂ ਵੱਧ ਧੱਕਾ ਕੀਤਾ ਇਹਨਾਂ ਨੇ ਸਾਡੇ ਡਾਕਟਰਾਂ ਦੇ ਨਾਲ ਜਾਂ ਜੋ ਮੈਡੀਕਲ ਸਟਾਫ ਹੈ। ਪਹਿਲਾਂ ਉਹਨਾਂ ਦੀ ਜਿਹੜੀ ਇਹ ਐਨਪੀ ਹੁੰਦੇ ਸੀ, ਨਾਨ ਪ੍ਰੈਕਟਿਸਿੰਗ ਅਲਾਊਂਸ ਮਿਲਦਾ ਸੀ, ਉਹ ਤਨਖਾਹ ਦਾ ਹਿੱਸਾ ਹੁੰਦਾ ਸੀ ਫॉर ਆਲ ਪਰਪਸਿਸ। ਆਲ ਪਰਪਸਿਸ ਦਾ ਮਤਲਬ ਵੀ ਜੇ ਡੀਏ ਲੱਗਣਾ ਹੈ, ਇੰਕਰੀਮੈਂਟ ਲੱਗਣਾ ਹੈ, ਉਹਦੇ ਵਿੱਚ ਉਹ ਐਡ ਕਰਕੇ ਉਹ 'ਤੇ ਲੱਗਦਾ ਸੀ ਇੰਕਰੀਮੈਂਟ ਤੇ ਡੀਏ। ਪਰ ਹੁਣ ਇਹਨਾਂ ਨੇ ਉਹਨੂੰ ਉਹ 'ਚੋਂ ਕੱਢਤਾ, ਹੁਣ ਬੇਸਿਕ ਨਾਲੋਂ ਇਹਨੂੰ ਅੱਡ ਕਰਤਾ। ਤੇ ਜਿਹਦੇ ਮੈਨੂੰ ਲੱਗਦਾ ਜੋ ਡਾਕਟਰ ਨੇ ਉਹਨਾਂ ਨੂੰ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ। ਡਾਕਟਰ ਤਾਂ ਪਹਿਲਾਂ ਹੀ ਨਹੀਂ ਪੰਜਾਬ ਸਰਕਾਰੀ ਨੌਕਰੀਆਂ ਲਈ ਆ ਰਹੇ। ਸਪੈਸ਼ਲਿਸਟ ਡਾਕਟਰਾਂ ਦੀ ਅੱਜ ਪੰਜਾਬ ਵਿੱਚ ਬਹੁਤ ਵੱਡੀ ਘਾਟ ਹੈ। ਕਿੱਥੇ ਤਾਂ ਸਰਕਾਰ ਉਹਨਾਂ ਨੂੰ ਕੁਛ ਇਨਸੈਂਟਿਵ ਦਿੰਦੀ ਸਰਕਾਰੀ ਨੌਕਰੀ 'ਚ ਆਉਣ ਲਈ, ਪਰ ਇਹਨਾਂ ਨੇ ਉਹਨਾਂ ਨੂੰ ਇਨਸੈਂਟਿਵਾਈਜ਼ ਕਰਤਾ। ਉਹਨਾਂ ਦੇ ਜਿਹੜੇ ਇਨਸੈਂਟਿਵ ਸੀ ਉਹ ਵੀ ਵਾਪਸ ਲੈ ਲਏ। ਤੇ ਇਹਦੇ ਬਾਰੇ ਜਿਹੜਾ ਸਰਕਾਰ ਜਵਾਬ ਦੇਵੇ, ਇਹਨਾਂ ਨੂੰ ਵਾਪਸ ਜਿਹੜਾ ਹੈ ਇਹਨੂੰ ਫॉर ਆਲ ਪਰਪਸਿਸ ਇਹਨੂੰ ਹਿੱਸਾ ਬਣਾਵੇ। ਸਾਡੀ ਇਹ ਵੀ ਹੋਰ ਵੀ ਜਿਹੜੀਆਂ ਬਾਕੀਆਂ ਵੀ ਸਪੈਸ਼ਲ ਪੇਸ ਕੋਈ ਸੀਗੀਆਂ, ਜਿਵੇਂ
ਪੁਲਿਸ ਦੀਆਂ ਜਾਂ ਹੋਰ ਉਹਨਾਂ ਨੂੰ ਵੀ ਇਹਨਾਂ ਨੇ ਉਹ ਤੋਂ ਅੱਡ ਕਰਤਾ ਬੇਸਿਕ ਪੇ ਨਾਲੋਂ। ਸੋ ਇਹ ਸਾਰਾ ਇੱਕ ਜਿਹੜੀ ਸਰਕਾਰ ਦੀ ਮੈਂ ਸਮਝਦਾ ਮੁਲਾਜ਼ਮਾਂ ਨਾਲ ਇੱਕ ਬਹੁਤ ਵੱਡਾ ਇਸ ਪੇ ਕਮਿਸ਼ਨ ਦੇ ਰਾਹੀਂ ਉਹਨਾਂ ਨੇ ਬੜਾ ਵੱਡਾ ਧੋਖਾ ਕੀਤਾ। ਹੋਰ ਕਈ ਜਿਹੜੀਆਂ ਉਹਨਾਂ ਨੇ ਅਲਾਉੈਂਸਸ ਬੰਦ ਕਰਤੀਆਂ, ਕਈਆਂ ਨੂੰ ਜਿਹੜਾ ਹੈ ਘਟਾਤਾ, ਤੇ ਜਿਹੜੀਆਂ ਫਿਕਸਡ ਸੀਗੀਆਂ ਉਹਨਾਂ ਵਿੱਚ ਵੀ ਵਾਧਾ ਨਹੀਂ ਕੀਤਾ। ਤੋ ਇੱਕ ਵੀ ਮੈਂ ਨਹੀਂ ਮੰਨਦਾ ਵੀ ਕੋਈ ਉਹਨਾਂ ਨੇ ਜਿਹੜੀ ਕੋਈ ਡਿਮਾਂਡ ਸੀ, ਕੱਲੀ ਡਿਮਾਂਡ ਨਹੀਂ ਵੀ ਜਿਹੜਾ ਉਹਨਾਂ ਦਾ ਹੱਕ ਸੀ, ਮੈਂ ਸਮਝਦਾ ਮੁਲਾਜ਼ਮਾਂ ਦਾ ਇਹਨਾਂ ਨੇ ਇੱਕ ਵੀ ਹੱਕ ਉਹਨਾਂ ਨੂੰ ਨਹੀਂ ਦਿੱਤਾ। ਤੇ ਸਰਕਾਰ ਅੱਜ ਇਸ ਗੱਲ ਲਈ ਜਵਾਬਦੇਹ ਹੈ ਵੀ ਉਹ ਜਿਹੜਾ ਤੱਥ ਗੋਲ ਮੋਲ ਆਂਕੜਿਆਂ ਦੀ ਹੇਰਾਫੇਰੀ ਕਰਨ ਦੀ ਬਜਾਏ ਤੱਥ ਲਿਆਵੇ ਤੇ ਲੋਕਾਂ ਨੂੰ ਅੱਜ ਜਿਹੜਾ ਮੁਲਾਜ਼ਮਾਂ ਦੇ ਵਿੱਚ ਰੋਸ ਹੈ ਪੰਜਾਬ ਦੇ ਵਿੱਚ ਉਹਨੂੰ ਦੂਰ ਕਰੇ। ਮੈਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਜੀ ਬਾਦਲ ਤੋਂ ਆਸ ਕਰਦਾ ਵੀ ਜਿਹੜੀਆਂ ਅਸੀਂ ਗੱਲਾਂ ਇਹ ਇਸ਼ੂਜ਼ ਰੇਜ਼ ਕੀਤੇ ਨੇ ਇਹਨਾਂ ਦਾ ਜਵਾਬ ਦੇਣਗੇ। ਅਤੇ ਜਿਹੜੀ ਅਸੀਂ ਇਹ ਪੁੱਛਿਆ ਵੀ ਜਿਹੜਾ ਵੀ ਇੰਨੇ 1000 ਕਰੋੜ ਦਾ 8000 ਕਰੋੜ ਉਹਨਾਂ ਨੇ ਪ੍ਰਾਵਧਾਨ ਕੀਤਾ ਤੇ 25000 ਕਰੋੜ ਰੁਪਈਆ ਜਿਹੜਾ ਦੇਣਾ ਬਣਦਾ ਉਹਦਾ ਵੀ ਜਵਾਬ ਦੇਣਗੇ। ਹੁਣ ਮੈਂ ਇਹ ਵੀ ਕੋਈ ਮੈਂ ਆਪਦੇ ਵੱਲੋਂ ਨਹੀਂ ਬਣਾਈ ਫਿਗਰ, ਮੈਂ ਤੁਹਾਨੂੰ ਜਿਹੜੀ 25000 ਕਰੋੜ ਦੀ ਫਿਗਰ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਕਿਸ ਤਰੀਕੇ ਨਾਲ। ਜੇ 2016 ਨੂੰ ਆਪਾਂ ਲੈ ਲਓ ਤਾਂ 2016 ਤੋਂ ਲੈ ਕੇ ਹੁਣ ਤੱਕ ਜੇ 7% ਦੀ ਵਾਧਾ ਜਿਹੜਾ ਪੇ ਕਮਿਸ਼ਨ ਨੇ ਇਹਨਾਂ ਨੇ ਕਿਹਾ ਵੀ ਅਸੀਂ 2.59 ਕੋਸ਼ੈਂਟ ਦੇ ਨਾਲ ਤਨਖਾਹ ਵਧਾਤੀ, ਜੇ ਉਹਦੇ ਨਾਲ ਵੀ ਤੁਸੀਂ ਲਾਓ ਤਾਂ ਡੀਏ ਛੱਡ ਦਿਓ, ਕੱਲੀ ਜਿਹੜੀ ਸੈਲਰੀ ਹੈ 1 ਸਾਲ ਦਾ ਜੇ 7% ਦੀ ਵਾਧਾ ਹੈ ਤਾਂ 5 ਸਾਲਾਂ ਦੇ ਵਿੱਚ ਘੱਟੋ ਘੱਟ 8000 ਕਰੋੜ ਰੁਪਏ ਦੇ ਏਰੀਅਰਸ ਬਣ ਜਾਂਦੇ ਨੇ ਮੁਲਾਜ਼ਮਾਂ ਦੇ। ਦਿਸ ਇਜ਼ ਮਿਨੀਮਮ ਜਿਹੜਾ ਮੈਂ ਕਹਿ ਰਿਹਾ ਹੈਗਾ 8000 ਕਰੋੜ ਰੁਪਏ ਦੇ ਏਰੀਅਰਸ ਬਣ ਜਾਂਦੇ ਨੇ। ਤੇ ਜਿਹੜੀ ਡੀਏ ਦੀ ਹੈਗੀ ਅੱਜ 17% ਹੈ, ਕੁਛ ਕਿਸ਼ਤਾਂ ਇਹਨਾਂ ਨੇ ਦਿੱਤੀਆਂ ਵੀ ਨੇ, ਬੈਕਲੌਗ ਨਹੀਂ ਦਿੱਤੇ। ਜੇ ਉਹਨੂੰ ਵੀ ਅਸੀਂ ਪਿਛਲੀਆਂ ਕਿਸ਼ਤਾਂ ਨੂੰ ਵੀ ਜਿਹੜੇ ਕੁਝ ਦਿੱਤੀਆਂ ਉਹਨਾਂ ਨੂੰ ਵੀ ਅਕਾਊਂਟ ਫੋਰ ਕਰਕੇ ਡਿਡਕਟ ਕਰ ਲਈਏ ਤਾਂ ਓਵਰ ਅ ਪੀਰੀਅਡ ਆਫ 5 ਇਅਰਸ ਜਿਹੜਾ ਏਰੀਅਰਸ ਮੁਲਾਜ਼ਮਾਂ ਦੇ ਨੇ ਜਿਹੜੇ ਪਿਛਲੇ ਸਿਰਫ ਮੈਂ 5 ਸਾਲਾਂ ਦੀ ਗੱਲ ਕਰ ਰਿਹਾ, ਉਹ ਤਕਰੀਬਨ 6000 ਕਰੋੜ ਤਾਂ ਮੁਲਾਜ਼ਮਾਂ ਦਾ ਏਰੀਅਰ ਮਿਨੀਮਮ ਬਣਦਾ ਹੈ ਤੇ ਘੱਟੋ ਘੱਟ 3000 ਕਰੋੜ ਰੁਪਇਆ ਏਰੀਅਰ ਪੈਨਸ਼ਨਰਸ ਦਾ ਬਣਦਾ ਹੈਗਾ। ਇਹ 9000 ਕਰੋੜ ਰੁਪਇਆ ਬਣ ਗਿਆ। ਇਹਦਾ ਵੀ ਇਹਨਾਂ ਦਾ ਕੋਈ ਜਿਹੜਾ ਅਮਾਊਂਟ ਦਾ ਕੁਛ ਨਹੀਂ। ਤੇ ਤੀਜਾ ਜਿਹੜੀ ਰਿਵਾਈਜ਼ ਸੈਲਰੀ ਤੇ ਰਿਵਾਈਜ਼ਡ ਡੀਏਜ਼ ਨੇ, ਜੇ ਅਸੀਂ ਗੱਲ ਕਰਦੇ ਹਾਂ ਵੀ ਸਾਨੂੰ ਦੱਸੋ ਕਿੰਨਾ ਡੀਏ, ਜੇ ਇਹ ਮੌਜੂਦਾ ਡੀਏ ਮੁਤਾਬਕ ਦਿੰਦੇ ਆ ਤੇ ਜੇ ਇਹ ਰਿਵਾਈਜ਼ਡ ਸੈਲਰੀ ਨੂੰ ਜੋੜ ਕੇ ਦਿੰਦੇ ਆ ਤਾਂ ਅਗਲੇ ਆਉਣ ਵਾਲੇ 9 ਮਹੀਨਿਆਂ 'ਚ, ਕਿਉਂਕਿ ਇੰਪੈਕਟ ਤਨਖਾਹ ਦਾ ਅਗਲੇ 9 ਮਹੀਨਿਆਂ 'ਚ ਆਏਗਾ, ਅਗਲੇ ਆਉਣ ਵਾਲੇ 9 ਮਹੀਨਿਆਂ ਦੇ ਵਿੱਚ ਤਕਰੀਬਨ 8 ਕਰੋੜ ਤੋਂ ਉੱਤੇ ਦਾ ਜਿਹੜਾ ਇਹਨਾਂ ਨੂੰ ਐਕਸਟਰਾ ਬਜਟਰੀ ਪ੍ਰੋਵੀਜ਼ਨ ਕਰਨੀ ਪਏਗੀ। 8000 ਕਰੋੜ ਸੌਰੀ। ਤੇ ਇਹ ਸਾਰਾ ਮਿਲ ਕੇ 24000 ਕਰੋੜ ਤੋਂ ਉੱਤੇ ਬਣ ਜਾਂਦਾ ਹੈ। ਸੋ ਇਹ ਫਿਗਰ ਇੱਕ ਬ੍ਰੌਡ ਫਿਗਰ ਨੇ, ਇੱਕ ਪ੍ਰੀਸਾਈਜ਼ ਫਿਗਰ ਨਹੀਂ, ਜਸਟ ਬੇਸਡ ਔਨ ਐਸਟੀਮੇਟਸ ਵੀ ਕਿੰਨਾ ਕੁ ਜਿਹੜਾ ਤਨਖਾਹ ਬਣਦੀ ਹੈ। ਕਿਉਂਕਿ ਅਸੀਂ ਬੇਸਿਕ ਫਿਗਰ ਲੈਂਦੇ ਹਾਂ ਵੀ ਐਵਰੇਜ ਪਿਛਲੇ ਜੋ ਮੈਂ ਜਿਸ ਚੀਜ਼ ਨਾਲ ਕੈਲਕੂਲੇਟ ਕੀਤੇ ਨੇ ਵੀ ਐਵਰੇਜ ਜਿਹੜੀ ਹੈ 20000 ਕਰੋੜ ਰੁਪਏ ਦੀ ਸੈਲਰੀ ਵੇਜਸ ਨੂੰ ਕੱਢ ਕੇ ਤੇ 10000 ਕਰੋੜ ਰੁਪਏ ਦੀ ਪੈਨਸ਼ਨ ਸਰਕਾਰ ਦੀ ਜੇ ਅਸੀਂ ਓਵਰ ਅ ਪੀਰੀਅਡ ਆਫ 5 ਇਅਰਸ ਲਈਏ ਤਾਂ ਉਸ ਆਧਾਰ ਤੇ ਜਿਹੜੇ ਸਾਰੇ ਅਸੀਂ ਫਿਗਰ ਜਿਹੜੇ ਨੇ ਵਰਕਆਊਟ ਕੀਤੇ ਨੇ। ਤੇ ਇਹਨਾਂ ਕੋਲ ਕੋਈ ਜਵਾਬ ਨਹੀਂ। ਸਰਕਾਰ ਦੀ ਜੋ ਵਾਅਦੇ ਕੀਤੇ ਬਜਟ 'ਚ ਵੀ ਕੀਤਾ ਉਹ ਤੋਂ ਵੀ ਹੁਣ ਮੁਨਕਰ ਹੋ ਰਹੀ ਹੈ। ਸੋ ਸਰਕਾਰ ਇਹਦਾ ਜਿਹੜਾ ਆਪਣੇ ਵਾਅਦੇ ਕੀਤੇ ਨੇ, ਸਾਡੀ ਮੰਗ ਇਹੀ ਹੈ ਵੀ ਉਹ ਸਾਰੀਆਂ ਨੂੰ ਪੂਰਾ ਕਰੇ। ਤੇ ਇੱਕ ਜਿਹੜਾ ਬਹੁਤ ਵੱਡਾ ਇਸ਼ੂ ਜਿਹੜਾ ਮੈਂ ਖੁਦ ਸਾਡੀ ਪਾਰਟੀ ਵੱਲੋਂ ਵੀ ਇਸ ਗੱਲ ਨੂੰ ਰੱਖਣਾ ਚਾਹੁੰਦਾਗਾ ਕਿ ਸਾਡੀ ਡਿਮਾਂਡ ਇਹ ਵੀ ਹੈ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ MLAs MP MLAs ਐਕਸ MLAs ਮਿਨਿਸਟਰਸ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਉਹ ਖੁਦ ਅਸੈਂਬਲੀ ਜਾਂ ਵਿਧਾਨ ਸਭਾ ਡਿਸਾਈਡ ਕਰਦੀ ਹੈ, ਉਹਦੇ ਵਿੱਚ ਮਤਾ ਪਾ ਕੇ ਤਨਖਾਹ ਡਿਸਾਈਡ ਕੀਤੀ ਜਾਂਦੀ ਹੈ। ਇਹ ਜਿਹੜਾ ਹੈ ਪ੍ਰੋਸੀਜਰ ਖਤਮ ਕਰਕੇ ਇੱਕ ਸਪੈਸ਼ਲ ਕਮਿਸ਼ਨ ਜਿਵੇਂ ਪੇ ਕਮਿਸ਼ਨ ਮੁਲਾਜ਼ਮਾਂ ਲਈ ਬਣਦਾ ਹੈ, ਜੋ ਮੰਤਰੀ MLA
ਉਹਨਾਂ ਦੀਆਂ ਜੋ ਪਿਛਲੀਆਂ ਜਿਹੜੀਆਂ ਤਨਖਾਹਾਂ ਪਲੱਸ ਅੱਡ ਜਿਹੜੀਆਂ ਪੈਨਸ਼ਨਸ ਨੇ ਉਹ ਵੀ ਇੰਡੀਪੈਂਡੈਂਟ ਅਥਾਰਟੀ ਡਿਸਾਈਡ ਕਰੇ, ਤੇ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਬੜਾ ਵੱਡਾ ਰੋਸ ਵੀ ਹੈ ਕਿ ਖੁਦ ਆਪਦੀਆਂ ਤਨਖਾਹਾਂ ਆਪਦੀਆਂ ਪੈਨਸ਼ਨਾਂ ਵਧਾਉਂਦੇ ਆ ਐਮਐਲਏ ਮੰਤਰੀ, ਉਹਦੇ ਤੇ ਵੀ ਹਮੇਸ਼ਾ ਲਈ ਵਿਸ਼ਾਮ ਲੱਗੇ। ਇੱਕ ਪ੍ਰੋਪਰ ਇੱਕ ਕਨਸਟੀਟਿਊਸ਼ਨਲ ਬੋਡੀ ਜਿਹੜੀ ਹੋਵੇ, ਜਿਹੜੀ ਤੈਅ ਕਰੇ, ਜਿਹੜੀ ਜਾਇਜ਼ ਜਿਹੜੀਆਂ ਬਣਦੇ ਹੈ ਚਾਹੇ ਭੱਥੇ ਚਾਹੇ ਤਨਖਾਹ, ਉਹ ਐਮਐਲਏ ਤੇ ਮੰਤਰੀਆਂ ਨੂੰ ਦੇਵੇ, ਉਸੇ ਜਾਇਜ਼ ਹੀ ਜਿਹੜੀਆਂ ਪੈਨਸ਼ਨਾਂ ਉਹਨਾਂ ਦੀ ਡਿਸਾਈਡ ਹੋਣ। ਤੇ ਇਹ ਸਾਡੀ ਜਿਹੜੀ ਕਿ ਸਰਕਾਰ ਤੋਂ ਹੋਰ ਵੱਡੀ ਮੰਗ ਹੈ ਵੀ ਇੱਕ ਸਪੈਸ਼ਲ ਕਮਿਸ਼ਨ ਜਿਹੜਾ ਹੈ ਪੇਜ਼ ਡਿਸਾਈਡ ਕਰਨੀ ਐਮਐਲਏ ਤੇ ਮਿਨਿਸਟਰਸ ਦੀ, ਉਹ ਸਥਾਪਿਤ ਕੀਤਾ ਜਾਵੇ। ਤਾਂ ਮੈਂ ਫਿਰ ਅੰਤ ਵਿੱਚ ਇਹੀ ਕਹੂੰਗਾ ਵੀ ਇਹ ਜਿਹੜਾ ਸਾਰਾ ਕੁਝ ਹੈ ਸਿਰਫ ਆંકੜਿਆਂ ਦਾ ਹੇਰ ਫੇਰ ਹੈ, ਇਹ ਅਸਲ 'ਚ ਵਿੱਚ ਕੁਝ ਨਹੀਂ। ਆਮ ਲੋਕਾਂ ਨੂੰ ਕਈ ਵਾਰ ਇਸ ਗੱਲ ਦਾ ਪਤਾ ਨਹੀਂ ਚੱਲਦਾ, ਪਰ ਇਹਨਾਂ ਦੀ ਜੋ ਕੁਝ ਇਹਨਾਂ ਨੇ ਹੁਣ ਤੱਕ ਨੋਟੀਫਿਕੇਸ਼ਨ ਦੇ ਰਾਹੀਂ ਜੋ ਕੁਝ ਹੁਣ ਤੱਕ ਡਿਸਾਈਡ ਕੀਤਾ, ਮੈਂ ਸਮਝਦਾ ਇਹ ਇੱਕ ਹੋਰ ਵਰਗ ਇਹਨਾਂ ਦੇ ਧੱਕਿਆਂ ਦੇ ਵਿੱਚ ਐਡ ਹੋ ਗਿਆ। ਹੁਣ ਤੱਕ ਕਿਸਾਨ, ਦਲਿਤ, ਵਪਾਰੀ ਉਹਦੇ ਨਾਲ ਧੱਕਾ ਹੁੰਦਾ ਹੋਇਆ ਮੈਨੂੰ ਲੱਗਦਾ ਇਹਨਾਂ ਨੇ ਆ ਮੁਲਾਜ਼ਮ ਵਰਗ ਨੂੰ ਵੀ ਆਪਦੇ ਪੇ ਕਮਿਸ਼ਨ ਦੇ ਰਾਹੀਂ ਇੱਕ ਹੋਰ ਉਹਦੇ ਸੂਚੀ 'ਚ ਐਡ ਕਰ ਲਿਆ ਵੀ ਮੁਲਾਜ਼ਮਾਂ ਨਾਲ ਵੀ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਜੇ ਕੋਈ ਸਵਾਲ ਤੁਹਾਡੇ ਜੋ ਕੋਈ ਪੁੱਛਣੇ ਚਾਹੁੰਦੇ ਹੈ ਤਾਂ ਵੀ ਆਰ ਓਪਨ ਜੀ। ਨਹੀਂ ਮੈਂ ਤਾਂ ਦੇਖੋ ਜਿਹੜਾ ਐਮਐਲਏ ਆ ਉਹਨੂੰ ਕੱਲੀ ਮੌਜੂਦਾ ਐਮਐਲਏ ਦੀ ਮਿਲੂਗੀ, ਉਹ ਦੂਜੀ ਲੈ ਹੀ ਨਹੀਂ ਸਕਦਾ। ਮੈਂ ਜੇ ਕੋਈ ਮੈਂ 5 ਵਾਰੀ ਐਮਐਲਏ, ਮੈਂ 5 ਵਾਰ ਦੀ ਨਹੀਂ ਲੈ ਸਕਦਾ। ਮੈਨੂੰ ਸਿਰਫ ਐਗਜ਼ਿਸਟਿੰਗ ਐਮਐਲਏ ਦੀ, ਜਿਵੇਂ ਚਾਹੇ ਪਹਿਲੀ ਵਾਰ ਐਮਐਲਏ ਬਣਿਆ ਭਾਵੇਂ 6ਵੀਂ ਵਾਰ ਬਣਿਆ, ਉਹਨੂੰ ਇੱਕੋ ਹੀ ਬਰਾਬਰ ਮਿਲਦੀ ਹੈ। ਨਹੀਂ ਦੇਖੋ ਮੇਰਾ ਇਹ ਵੀ ਆਪਣੇ ਆਪ ਡਿਸਾਈਡ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਜਿਵੇਂ ਮੁਲਾਜ਼ਮਾਂ ਲਈ ਅਸੀਂ ਕਹਿੰਦੇ ਆ ਵੀ ਮੁਲਾਜ਼ਮਾਂ ਲਈ ਇੱਕ ਸੈਪਰੇਟ ਕਮਿਸ਼ਨ ਬਣੇ, ਉਵੇਂ ਸੇਮ ਫॉर ਪੋਲੀਟੀਕਲ ਜਿਹੜੇ ਪੋਸਟ ਨੇ ਉਹਨਾਂ ਲਈ ਵੀ ਸੇਮ ਇੱਕ ਸੈਪਰੇਟ ਕਮਿਸ਼ਨ ਬਣੇ, ਉਹ ਡਿਸਾਈਡ ਕਰੇ ਬਾਕੀ ਕਿਸ ਤਰੀਕੇ ਦੇ ਨਾਲ ਉਹ ਹੋਰ ਸਟੇਟਾਂ ਦੇ ਹੋਰ ਕੰਟਰੀਜ਼ ਦੇ ਜਿਹੜੇ ਕੋਈ ਇਹ ਮਾਡਲਸ ਨੇ ਉਹਨੂੰ ਲੈ ਕੇ ਉਹਨੂੰ ਸਟੱਡੀ ਕਰਕੇ ਉਹਦੇ ਜਿਹੜੀ ਜਾਇਜ਼ ਦੇਣ। ਜਿਹੜਾ ਤਨਖਾਹ ਤੇ ਭੱਤੇ ਇਹ ਰੈਸ਼ਨਲਾਈਜ਼ ਹੋਣੇ ਚਾਹੀਦੇ ਨੇ। ਰੈਸ਼ਨਲਾਈਜ਼ ਹੀ ਹੈ, ਜਿਹੜੇ ਤਾਂ ਪੈਨਸ਼ਨਾਂ ਨੇ ਮੈਂ ਸਮਝਦਾ ਜ਼ਿਆਦਾ ਨੇ, ਐਮਐਲਏ ਦੀ ਪੈਨਸ਼ਨ ਦੇ ਵਿੱਚ ਕਟੌਤੀ ਹੋਣੀ ਚਾਹੀਦੀ ਹੈ। ਜਿਹੜੀਆਂ ਤਨਖਾਹਾਂ ਨੇ ਐਮਐਲਏ ਦੀਆਂ ਉਹ ਰੈਸ਼ਨਲਾਈਜ਼ ਹੋਣੀ ਚਾਹੀਦੀਆਂ ਨੇ। ਜੇ ਹੁਣ ਐਮਐਲਏ ਦੀ ਤਨਖਾਹ 25,000 ਹੈ, ਬਾਕੀ ਭੱਤੇ ਬੁਲਾ ਕੇ ਕੰਸੋਲੀਡੇਟ 83,000 ਮਿਲਦਾ ਹੈਗਾ। ਮੈਂ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਆ ਉਹ ਇਹ ਪਰ ਮੈਂ ਕਹਿੰਦਾ ਰੈਸ਼ਨਲਾਈਜ਼, ਜਿਵੇਂ ਤੁਸੀਂ ਕਿਹਾ ਵੀ ਕੋਈ ਭੱਤਾ ਵਧਣਾ ਕੋਈ ਘਟਣਾ ਚਾਹੀਦਾ, ਜੋ ਮੌਜੂਦਾ ਹਾਲਾਤ ਨੇ ਖਰਚੇ ਮੁਤਾਬਕ ਉਹ ਕਮਿਸ਼ਨ ਡਿਸਾਈਡ ਕਰੇ, ਜਿਹਦੇ ਵਿੱਚ ਕੋਈ ਜਿਹੜੇ ਨੇ ਕੋਈ ਵੱਖ-ਵੱਖ ਸੈਕਸ਼ਨਸ ਆਫ ਸੋਸਾਇਟੀ ਦੇ ਜਿਹੜੇ ਕੋਈ ਐਕਸਪਰਟਸ ਨੇ, ਉਹ ਐਕਸਪਰਟਸ ਬੈਠ ਕੇ ਡਿਸਾਈਡ ਕਰਨ ਵੀ ਕਿੰਨਾ ਜਾਇਜ਼ ਹੈ ਕਿੰਨਾ ਨਹੀਂ ਹੈ। ਤਾਂ ਹੀ ਅਸੀਂ ਮੰਗ ਕਰਦੇ ਹਾਂ ਵੀ ਇਹ ਇੱਕ ਜਿਹੜਾ ਹੈ ਇੱਕ ਕਮਿਸ਼ਨ ਸੈਪਰੇਟ ਬਣਨਾ ਚਾਹੀਦਾ। ਇਸ ਵਿੱਚ ਤੁਹਾਡੀ ਸਰਕਾਰ ਰਹੀ ਹੈ, ਕਦੇ ਤੁਸੀਂ ਇਸ ਤੋਂ ਪਹਿਲਾਂ ਆਪਣੀ ਸਰਕਾਰ ਵੇਲੇ ਪ੍ਰਪੋਜ਼ਲ ਕੀਤੀ ਹੈ ਆਪਣੇ ਚੀਫ ਮਿਨਿਸਟਰ ਸਾਹਿਬ ਨੇ? ਦੇਖੋ ਮੇਰੀ ਗੱਲ ਸੁਣੋ, ਇਹ ਜਿਹੜੀਆਂ ਪੈਨਸ਼ਨਸ ਨੇ ਬਹੁਤ ਬਾਅਦ 'ਚ ਵਧੀਆਂ। ਤਨਖਾਹਾਂ ਦਾ ਮੈਂ ਅੱਜ ਵੀ ਕਹਿੰਦਾ, ਮੇਰੀ ਗੱਲ ਸੁਣੋ, ਜਿਹੜੀਆਂ ਐਮਐਲਏ ਦੀਆਂ ਤਨਖਾਹਾਂ ਨੇ ਉਹ ਜ਼ਿਆਦਾ ਨਹੀਂ ਹੈਗੀਆਂ। ਕੋਈ ਨਹੀਂ ਕਹਿ ਸਕਦਾ ਸਾਡੀ ਸਾਰੇ ਮੁਲਾਜ਼ਮਾਂ ਨਾਲੋਂ ਸਭ ਤੋਂ ਘੱਟ ਤਨਖਾਹ ਜੇ ਐਮਐਲਏ ਦੀ ਹੈ, 25,000 ਇੱਕ ਐਮਐਲਏ ਤਨਖਾਹ ਮਿਲਦੀ ਹੈ, ਪਰ ਜ਼ਿਆਦਾ ਜਿਹੜਾ ਰੋਸ ਹੈ ਉਹ ਪੈਨਸ਼ਨਸ ਦਾ ਹੈ। ਉਹਦੇ ਬਾਰੇ ਨਾਲੇ ਇਹ ਹੁਣ ਤੱਕ ਜਿਹੜਾ ਇਹ ਅਸੈਂਬਲੀ ਕਰਦੀ ਰਹੀ ਹੈ। ਅਸੈਂਬਲੀ ਦੇ ਵਿੱਚ ਕੋਈ ਵੀ ਚਾਹੇ ਆਪੋਜੀਸ਼ਨ ਦਾ ਵੀ ਮਤਾ ਲਿਆਉਂਦੇ, ਜੇ ਸਰਬਸੰਮਤੀ ਨਾਲ ਹੋ ਜਾਂਦਾ ਸੀ ਸਰਕਾਰ ਨੂੰ ਕਰਨਾ ਪੈਂਦਾ ਹੈਗਾ। ਇਹ ਨਹੀਂ ਵੀ ਸਰਕਾਰ ਦੇ ਹੱਥ 'ਚ ਹੁੰਦਾ, ਇਹ ਤਾਂ ਜਦੋਂ ਜੇ ਸਾਰੇ ਐਮਐਲਏ ਨੇ ਰੈਜ਼ੋਲੂਸ਼ਨ ਪਾਸ ਕਰਤਾ, ਮਤਾ ਕਰਤਾ, ਉਹ ਤਾਂ ਫਿਰ ਇਟ ਓਵਰਰਾਈਡਸ ਆਲ ਅਦਰ ਥਿੰਗਸ। ਨਹੀਂ ਮੇਰੇ ਨੌਲੇਜ 'ਚ ਨਹੀਂ ਆ ਉਹ। ਬਾਕੀ ਇਹ ਗੱਲ ਹੈ ਵੀ ਕਿਉਂਕਿ ਉਹ ਸੈਂਟਰਲ ਸਰਵਿਸਿਜ਼ ਨੇ, ਉਹ ਗਵਰਨ ਵੀ ਸੈਂਟਰਲ ਜਿਹੜਾ ਪੇ ਕਮਿਸ਼ਨ ਨਾਲ ਹੁੰਦੀਆਂ ਨੇ, ਕਿਉਂਕਿ ਜਿਹੜੀਆਂ ਪੀਸੀਐਸ ਆਫਿਸਰ ਜਾਂ ਦੂਜੇ ਡੀਏ ਰੋਕ ਦਿੰਦੇ ਆ। ਮੇਰੀ ਗੱਲ ਸੁਣੋ, ਮੇਰੀ ਬੇਨਤੀ ਹੈ, ਡੀਏ ਅਸੀਂ ਰੋਕ ਸਕਦੇ ਹਾਂ ਕਿਉਂਕਿ ਡੀਏ ਅਸੀਂ ਸਟੇਟ ਮੁਲਾਜ਼ਮਾਂ ਨੂੰ ਦੇਣਾ, ਪਰ ਜਿਹੜੀ ਪੇ ਕਮਿਸ਼ਨ ਹੈ ਨਾ, ਪੇ ਕਮਿਸ਼ਨ ਸੈਂਟਰਲ ਮੁਲਾਜ਼ਮਾਂ ਤੇ ਸੈਂਟਰ ਦੀ ਪੇ ਕਮਿਸ਼ਨ ਲਾਗੂ ਹੁੰਦੀ ਹੈ। ਡੀਏ ਸਾਰੇ ਮੁਲਾਜ਼ਮਾਂ ਦੇ ਨਾਲ ਹੀ ਦੇਣਾ ਚਾਹੀਦਾ। ਨਹੀਂ ਅਸੀਂ ਬਿਲਕੁਲ, ਮੈਂ ਤੁਹਾਨੂੰ ਉਹੀ ਕਹਿ ਰਿਹਾ, ਜਿਹੜੇ ਅਫਸਰ ਨੇ ਉਹਨਾਂ ਦੀਆਂ ਡੀਏਜ਼
ਜੇ ਡੀਅਰਨੈਸ ਅਲਾਊਂਸ ਜਿਹੜਾ ਸੂਬਾ ਸਰਕਾਰ ਦਿੰਦੀ ਹੈ ਉਹ ਅਸੀਂ ਰੋਕਤੇ ਸੀ ਵੀ ਉਹਨੂੰ ਅਸੀਂ ਸੈਂਟਰ ਨਾਲ ਲਿੰਕ ਨਹੀਂ ਕਰਾਂਗੇ, ਅਸੀਂ ਆਪਦਾ ਜਦ ਅਸੀਂ ਆਪਦਾ ਦੇਵਾਂਗੇ ਉਦੋਂ ਤੁਹਾਨੂੰ ਦੇਵਾਂਗੇ। ਇਹ ਅਸੀਂ ਉਦੋਂ ਕਰਤਾ ਸੀ। ਤੇ ਨਾਲ ਹੀ ਜਿਹੜਾ ਅਸੀਂ ਜਿਹੜੀ ਕਮਿਸ਼ਨ ਪੇ ਕਮਿਸ਼ਨ ਦਾ ਉਹ ਸੈਂਟਰ ਦਾ ਹੀ ਲਾਗੂ ਹੋਣਾ। ਜੇ ਇਹਨਾਂ ਨੇ ਕੋਈ ਉਹਦੇ ਵਿੱਚ ਚੇਂਜਸ ਕੀਤੀਆਂ ਤਾਂ ਮੈਂ ਸਮਝਦਾ ਮਾੜੀ ਗੱਲ ਹੈ, ਉਹਨਾਂ ਨੂੰ ਵੀ ਬਾਕੀ ਮੁਲਾਜ਼ਮਾਂ ਦੇ ਅਟਪਾਰ ਰੱਖਣਾ ਚਾਹੀਦਾ। ਪਰਵਿੰਦਰ ਜੀ, ਮੇਰਾ ਇੱਕ ਕੁਐਸਚਨ ਹੈ, ਇੱਕ ਆਮ ਧਾਰਨਾ ਹੈ ਵੀ ਜਦੀ ਜਿਹੜਾ ਐਮਐਲਏ 5 ਵਾਰੀ ਐਮਐਲਏ ਹੈ ਜਾਂ 7 ਵਾਰੀ ਐਮਐਲਏ ਹੈ ਜਾਂ 2 ਵਾਰੀ ਐਮਪੀ ਹੈਗਾ, ਉਹਨੂੰ 19 ਵਾਰੀ ਦੀ ਪੈਨਸ਼ਨ ਮਿਲਦੀ ਆ। ਇਹ ਕਲੀਅਰ ਕਰਿਓ ਵੀ ਇਦਾਂ ਦਾ ਹੀ ਪ੍ਰਾਵਧਾਨ ਹੈਗਾ ਜਾਂ ਨਹੀਂ ਹੈਗਾ। ਨਹੀਂ ਦੇਖੋ, ਹੈਗਾ ਤਾਂ ਤੁਸੀਂ ਇਸ ਦੇ ਬਾਰੇ ਕੀ ਵਿਚਾਰ ਨਹੀਂ ਨਹੀਂ, ਇਹ ਤਾਂ ਇਹ ਹੈਗਾ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਉਹ ਹੈਗੀ ਹੈ ਵੀ ਜਿਹੜਾ ਪਹਿਲੀ ਵਾਰ ਐਮਐਲਏ ਬਣਦਾ, ਇੱਕ ਪਹਿਲੀ ਵਾਰ ਦੀ ਉਹਨੂੰ 15,000, ਦੂਜੀ ਵਾਰ ਦੀ 10,000 ਪਲੱਸ ਡੀਏ, ਦੋਨਾਂ ਦੇ ਵਿੱਚ ਡੀਏ ਐਡ ਹੈ। ਸੋ ਡੀਏ ਲੱਗ ਕੇ ਉਹ ਮੈਨੂੰ ਲੱਗਦਾ ਅੱਜ 75,000 ਤੇ 50,000 ਹੋ ਗਈ, ਕਿਉਂਕਿ ਹੈ ਤਾਂ ਸਾਰੇ ਵੀ ਚਾਹੇ ਪਾਰਲੀਮੈਂਟ ਦੇ ਮੈਂਬਰ ਨੇ ਚਾਹੇ ਹੋਰ ਨੇ, ਉਹਨਾਂ ਦੀ ਪਹਿਲੀ ਟਰਮ ਦੀ ਅੱਡ ਹੁੰਦੀ ਹੈ, ਦੂਜੀ ਜਿੰਨਾ ਸਾਲ ਉਹ ਐਕਸਟਰਾ ਉਹਨਾਂ ਦੀ ਸਰਵਿਸ ਹੁੰਦੀ ਹੈ ਸਿਟਿੰਗ ਐਮਐਲਏ ਐਮਪੀ, ਉਹਨਾਂ ਵੱਧ ਮਿਲਦਾ ਹੈਗਾ। ਪਰ ਉਹਨੂੰ ਤਾਂ ਹੀ ਮੈਂ ਕਹਿੰਦਾ ਰਿਵਾਈਜ਼ ਕਰਨ ਦੀ ਲੋੜ ਹੈ, ਉਹਨੂੰ ਘਟਾਉਣ ਦੀ ਲੋੜ। ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਪੈਨਸ਼ਨਸ ਜਿਹੜੀਆਂ ਨੇ ਉਹ ਡੀਏ ਲੱਗ ਕੇ ਕਾਫੀ ਹੋ ਗਈਆਂ, ਡੀਏ ਮਰਜ ਨਹੀਂ ਹੋਇਆ ਪੈਨਸ਼ਨਸ ਦਾ, ਜਿਹਦੇ ਕਰਕੇ ਪੈਨਸ਼ਨਸ ਵੱਧ ਗਈਆਂ ਤੇ ਤਨਖਾਹ ਨਾਲੋਂ ਤਾਂ ਪੈਨਸ਼ਨ ਵੱਧ ਹੈ। ਸੋ ਇਸ ਲਈ ਸਾਡੀ ਇਹ ਹੈ ਵੀ ਇਹਨੂੰ ਸਾਰੇ ਪਹਿਲਾਂ ਉਹਨੂੰ ਹੀ ਦੁਬਾਰੇ ਰਿਵਾਈਜ਼ ਕਰਨ ਦੀ ਲੋੜ ਹੈ, ਚਾਹੇ ਡਿਫਰੈਂਟ ਅਲਾਉੈਂਸਸ ਨੇ, ਚਾਹੇ ਡਿਫਰੈਂਟ ਜਿਹੜੀ ਕਿੰਨੀ ਟਰਮ ਦੀ ਕੀ ਪੈਨਸ਼ਨ ਹੈ, ਉਹ ਸਾਰੀਆਂ ਨੂੰ ਰੀਲੁੱਕ ਹੋ ਕੇ ਨਵੇਂ ਸਿਰਿਓਂ ਜਿਹੜਾ ਉਹ ਇਹ ਬਣਾਇਆ ਜਾਵੇ। ਸਾਡੀ ਇਸ 'ਚ ਆਹ ਮੰਗ ਇਹ ਅਸੀਂ ਕਰਦੇ ਹਾਂ। ਪਰਵਿੰਦਰ ਜੀ, ਜਿਹੜਾ ਇਸ ਸਮੇਂ ਵੈਟ ਔਰ ਐਕਸਾਈਜ਼ ਨੂੰ ਲੈ ਕੇ ਪੈਟਰੋਲ ਡੀਜ਼ਲ ਦਾ ਮਸਲਾ ਫਸਿਆ, ਤੁਸੀਂ ਵੀ ਵਿੱਤ ਮੰਤਰੀ ਰਹੇ ਹੋ ਤੇ ਹੁਣ ਸਾਰਾ ਕੁਝ ਕੇਂਦਰ ਤੇ ਨਿਰਭਰ ਹੋ ਗਿਆ ਕਿ ਜੀਐਸਟੀ ਬਾਇਆ ਉੱਧਰੋਂ ਹੋ ਕੇ ਆਉਂਦਾ, ਉਹਦੇ ਕਰਕੇ ਪੰਜਾਬ ਦਾ ਕਹਿ ਰਿਹਾ ਸਰਕਾਰ ਕਿ ਸਾਡਾ ਖਜ਼ਾਨਾ ਖਾਲੀ ਹੈ, ਚਲਾਉਣਾ ਔਖਾ। ਕੀ ਤੁਹਾਨੂੰ ਲੱਗਦਾ ਕਿ ਇਸ ਮੌਕੇ ਸੂਬੇ ਨੂੰ ਪਹਿਲ ਕਰਕੇ ਵੈਟ ਘਟਾਉਣਾ ਚਾਹੀਦਾ? ਕੀ ਅਜਿਹਾ ਹੋ ਸਕਦਾ? ਦੇਖੋ, ਜੀਐਸਟੀ ਤਾਂ ਕੇਂਦਰ ਸਰਕਾਰ ਥੱਲੇ, ਪਰ ਜਿਹੜਾ ਵੈਟ ਹੈ ਉਹ ਡਾਇਰੈਕਟ ਹੈ, ਉਹ ਸੂਬਿਆਂ ਕੋਲੇ ਆਉਂਦਾ। ਦੇਖੋ, ਦੋ ਚੀਜ਼ਾਂ ਨੇ, ਘਟਾਉਣਾ ਦੋਨਾਂ ਨੂੰ ਚਾਹੀਦਾ ਹੈ, ਸੂਬਿਆਂ ਦੀ ਸਰਕਾਰਾਂ ਨੂੰ ਵੀ ਕੇਂਦਰ ਦੀ ਸਰਕਾਰ ਨੂੰ ਵੀ। ਕੇਂਦਰ ਦਾ ਐਕਸਾਈਜ਼ ਬੜਾ ਵੱਡਾ ਪੋਰਸ਼ਨ ਹੈ। ਸੂਬਿਆਂ ਨੇ ਪਿਛਲੇ ਸਮੇਂ ਜਦ ਰੇਟ ਘਟੇ ਸੀ, ਸੂਬਿਆਂ ਨੇ ਆਪਦੀ ਵੈਟ ਨਹੀਂ ਵਧਾਈ, ਪਰ ਕੇਂਦਰ ਨੇ ਆਪਦੀ ਐਕਸਾਈਜ਼ ਡਿਊਟੀ ਵਧਾਤੀ ਸੀ। ਇਹ ਇੱਕ ਇਕੱਲੇ ਪੰਜਾਬ ਦੇ ਸਾਰੇ ਸੂਬਿਆਂ ਦੀ ਸੇਮ ਪੋਜੀਸ਼ਨ ਹੈ, ਉਹਨਾਂ ਨੇ ਆਪਦੀ ਐਕਸਾਈਜ਼ ਡਿਊਟੀ ਤਕਰੀਬਨ ਡਬਲ ਕਰਤੀ ਸੀ। ਸੋ ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਵੀ ਕੇਂਦਰ ਸਰਕਾਰ ਪਹਿਲਾਂ ਤਾਂ ਉਹ ਜਿਹੜਾ ਡਬਲ ਵਾਧਾ ਸੀਗਾ ਐਕਸਾਈਜ਼ ਡਿਊਟੀ ਦਾ, ਉਹ ਸਾਰਾ, ਕਿਉਂਕਿ ਉਦੋਂ ਰੇਟ ਘੱਟ ਸੀ, ਹੁਣ ਰੇਟ ਵੱਧ ਗਏ, ਉਹ ਸਾਰਾ ਜਿਹੜਾ ਉਦੋਂ ਵਾਧਾ ਕੀਤਾ ਘੱਟ ਰੇਟ ਵੇਲੇ ਉਹਨਾਂ ਨੂੰ ਸਾਰੇ ਨੂੰ ਵਿਡਰਾਅ ਕਰੇ ਤੇ ਨਾਲ ਹੀ ਸੂਬੇ ਦੀਆਂ ਸਰਕਾਰਾਂ ਵੀ ਆਪਦੇ ਵੈਟ ਦੇ ਵਿੱਚ ਕੁਝ ਘਟਾਉਣ, ਰਿਲੀਫ ਦੇਣ ਲਈ, ਆਮ ਬੰਦੇ ਨੂੰ ਰਿਲੀਫ ਦੇਣ ਲਈ ਕੁਛ ਨਾ ਕੁਛ ਸਾਰੇ ਸੂਬੇ ਦੀਆਂ, ਕਿਉਂਕਿ ਇੱਕ ਜੀਐਸਟੀ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਸਾਰੇ ਫਾਈਨੈਂਸ ਮਿਨਿਸਟਰ ਇਕੱਠੇ ਹੁੰਦੇ ਆ, ਵਿਚਾਰ ਚਰਚਾ ਕਰਦੇ ਆ। ਉੱਥੇ ਜ਼ਰੂਰੀ ਨਹੀਂ ਵੀ ਜੀਐਸਟੀ ਦੇ ਸੰਬੰਧੀ ਹੀ ਵਿਚਾਰ ਹੋ ਸਕਦੇ, ਉੱਥੇ ਬੈਠ ਕੇ ਆਮ ਰਾਏ ਬਣਾ ਕੇ ਜਿਹੜਾ ਹੈ ਵੈਟ ਸਾਰੇ ਸਟੇਟਾਂ ਦਾ ਘਟਾਉਣ ਬਾਰੇ ਵੀ ਰਾਏ ਹੋ ਸਕਦੀ ਹੈ ਵੀ ਇੱਕ ਜਿਹੜਾ ਹੈ ਇੱਕ ਰੇਟ ਜਿਹੜਾ ਹੈ ਵੈਟ ਦਾ ਕਰ ਲਿਆ ਜਾਵੇ, ਸਾਰੇ ਘਟਾਉਣ ਆਪਦਾ ਵੈਟ, ਤੇ ਕੇਂਦਰ ਤੇ ਵੀ ਦਬਾਅ ਪਾਉਣ ਵੀ ਆਪਦੀ ਐਕਸਾਈਜ਼ ਡਿਊਟੀ ਘਟਾਉਣ, ਕਿਉਂਕਿ ਆਖਰ ਜਿੰਨਾ ਹੁਣ ਰੇਟ ਹੋ ਗਿਆ ਪੈਟਰੋਲ ਤੇ ਡੀਜ਼ਲ ਦਾ, ਮੈਨੂੰ ਤਾਂ ਲੱਗਦਾ ਲੋਕਾਂ ਨੇ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਖਰੀਦਣੀਆਂ ਹੀ ਬੰਦ ਕਰ ਦੇਣੀਆਂ। ਬਿਲਕੁਲ, ਮੈਨੂੰ ਲੱਗਦਾ ਹੁਣ ਤਾਂ ਲੋਕ ਜਾਂ ਇਲੈਕਟ੍ਰਿਕ ਵਹੀਕਲ ਜਾਂ ਸੀਐਨਜੀ ਵਾਲੀ ਵਹੀਕਲ ਵੱਲ ਜ਼ਿਆਦਾ ਹੋ ਗਏ, ਕਿਉਂਕਿ ਇਹ ਲੋਕਾਂ ਦੀ ਜਿਹੜਾ ਹੈ ਸੀਮਾ ਤੋਂ ਬਾਹਰ ਹੋ ਗਏ ਸਾਰੇ ਜਿਹੜੇ ਰੇਟ ਸੀਗੇ। ਸੋ ਦੋਨੇ ਸਰਕਾਰਾਂ ਨੂੰ ਬੈਠ ਕੇ ਇਹਨੂੰ ਘਟਾਉਣਾ ਚਾਹੀਦਾ। ਇਹ ਹੁਣ ਕੋਈ ਪਹਿਲ ਕਦਮੀ ਕਰੇ ਤਾਂ ਹੀ ਹੈ। ਪਰਵਿੰਦਰ ਜੀ, ਇੱਕ ਸਿਆਸੀ ਥੋੜਾ ਜਿਹਾ ਸਵਾਲ ਹੈ। ਇਹ ਚਰਚਾ ਚੱਲ ਰਹੀ ਹੈ ਕਿ ਤੁਹਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਣ ਜਾ ਰਿਹਾ, ਤੁਹਾਡੀ ਪਾਰਟੀ ਇਕੱਲਿਆਂ ਤੋਂ ਲੜੂਗੀ ਤਾਂ ਆਮ ਆਦਮੀ ਪਾਰਟੀ ਨਾਲ? ਦੇਖੋ ਜੀ, ਹਜੇ ਕੁਝ ਨਹੀਂ ਕਹਿ ਸਕਦੇ, ਹਜੇ ਗਠਜੋੜਾ ਹੋਣਾ ਨਹੀਂ ਹੋਣਾ, ਕਿਹਦੇ ਨਾਲ ਹੋਣਾ ਹਜੇ ਕੋਈ ਫੈਸਲਾ ਨਹੀਂ, ਨਾ ਹੀ ਕੋਈ ਐਸੀ ਜਿਹੜੀ ਤੁਸੀਂ ਗੱਲ ਕੀਤੀ ਐਸੀ ਕੋਈ ਗੱਲ ਹੈਗੀ ਹੈ, ਕੋਈ ਨਾ ਹਜੇ ਕੋਈ ਚੱਲ ਰਹੀ ਹੈ। ਭਵਿੱਖ ਵਿੱਚ ਕੀ ਹੋਣਾ ਕਹਿ ਨਹੀਂ ਸਕਦੇ। ਹੈ ਜੀ, ਥੋੜੇ ਦਿਨ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਨਾਲ ਦਿੱਲੀ ਦੀ ਮੁਲਾਕਾਤ ਕੀਤੀ ਜਾਂਦੀ ਹੈ। ਕੋਈ ਦੇਖੋ, ਮੈਂ ਤਾਂ ਦਿੱਲੀ ਗਈ ਨੂੰ ਬੜਾ ਚਿਰ ਹੋ ਗਿਆ, ਮੈਂ ਕੋਈ ਨਹੀਂ ਮੀਟਿੰਗ ਹੋਈ, ਨਾ ਮੇਰੀ ਮੀਟਿੰਗ ਹੋਈ, ਨਾ ਸਾਡੇ ਕਿਸੇ ਆਗੂ ਦੀ ਮੀਟਿੰਗ ਹੋਈ ਹੈ। ਇਹ ਸਾਰੀਆਂ ਸਿਰਫ ਗੱਲਾਂ ਨੇ, ਇਹ 'ਚ ਕੋਈ ਵੀ ਸੱਚਾਈ ਨਹੀਂ ਹੈਗੀ। ਅਕਾਲੀ ਦਲ ਸੰਯੁਕਤ ਦੀ ਜਿਹੜੀ ਪੋਲੀਟੀਕਲ ਸਰਗਰਮੀਆਂ ਉਹ ਵੀ ਕੋਈ ਇੰਨੀ ਵੱਧ ਤੇਜ਼ ਨਹੀਂ ਹੈ ਇਸ ਟਾਈਮ, ਜਿੱਦਾਂ ਕਿ
ਵਿਧਾਨ ਸਭਾ ਚੋਣਾਂ ਨੇੜੇ ਆ ਗਈ ਤਾਂ ਹੋਰ ਪਾਰਟੀਆਂ ਕਾਫੀ ਜ਼ੋਰ ਸ਼ੋਰ ਨਾਲ ਨਹੀਂ, ਅਸੀਂ ਕਰ ਰਹੇ ਹਾਂ। ਅਸੀਂ ਇੱਕ ਤਾਂ ਤੁਹਾਨੂੰ ਮੈਂ ਦੱਸਣਾ 15 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਸ ਤੇ ਸਾਡੀ ਪਾਰਟੀ ਵੱਲੋਂ ਧਰਨਾ ਰੱਖੇ ਗਏ ਨੇ। ਮਹਿੰਗਾਈ ਦੇ ਵਿਰੁੱਧ ਆ ਜਿਹੜੀਆਂ ਪੈਟਰੋਲ ਡੀਜ਼ਲਾਂ ਦੀਆਂ ਜੋ ਕੀਮਤਾਂ ਨੇ ਅਤੇ ਹੋਰ ਮਹਿੰਗਾਈ ਹੋ ਰਹੀ ਹੈ, ਉਹਦੇ ਖਿਲਾਫ ਧਰਨੇ ਰੱਖੇ ਆ। ਅਸੀਂ ਦੋਨੋਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮੈਮੋਰੈਂਡਮ ਡੀਸੀ ਦੇ ਰਾਹੀਂ ਦੇਵਾਂਗੇ। ਤੇ ਹੁਣ ਤੱਕ ਸਾਡੀ ਪਾਰਟੀ, ਕਿਉਂਕਿ ਦੇਖੋ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਇਕੱਠੀ ਹੋਈ ਸੀ। ਉਦੋਂ ਬਾਅਦ ਉਹ ਜਿਹੜਾ ਨਵਾਂ ਢਾਂਚੇ ਦਾ ਗਠਨ ਪਾਰਟੀ ਨੇ ਕੀਤਾ ਹੈ, ਉਹ ਗਠਨ ਹੁਣ ਤੱਕ ਚੱਲ ਰਿਹਾ ਸੀ। ਹੁਣ ਅਹੁਦੇਦਾਰ ਤਕਰੀਬਨ ਸਾਰੇ ਜਿਹੜੇ ਲਾ ਦਿੱਤੇ ਗਏ ਨੇ, ਥੋੜ੍ਹੇ ਰਹਿ ਗਏ ਹੋਰ ਵੀ ਜਿਹੜੀ ਚੱਲ ਰਹੀ ਹੈ। ਤੇ ਹੁਣ ਸਾਡੀ ਪਾਰਟੀ ਦੀਆਂ ਸਰਗਰਮੀਆਂ ਬਿਲਕੁਲ ਬੜੀ ਤੇਜ਼ੀ ਨਾਲ ਅਸੀਂ ਵਧਾਵਾਂਗੇ। ਹਰ ਇਸ਼ੂ ਤੇ ਅਸੀਂ ਜਿਹੜਾ ਹੈ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਉਹਨਾਂ ਨੂੰ ਘੇਰਾਂਗੇ ਅਸੀਂ। ਹੁਣ ਤੱਕ ਤਾਂ ਜਿਹੜੀਆਂ ਦੋਨੇ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦਾ ਨਿਸ਼ਾਨਾ ਪੰਜਾਬ ਸਰਕਾਰ ਰਹੀ ਹੈ। ਪਰ ਮੈਂ ਸਮਝਦਾ ਪੰਜਾਬ ਸਰਕਾਰ ਦੇ ਨਾਲ ਨਾਲ ਦਿੱਲੀ ਸਰਕਾਰ ਤੇ ਵੀ ਜਿਹੜਾ ਉਨਾ ਹੀ ਸਾਨੂੰ ਜ਼ੋਰ ਦੇਣਾ ਚਾਹੀਦਾ, ਕਿਉਂਕਿ ਜੇ ਪੰਜਾਬ ਸਰਕਾਰ ਨੇ ਲੋਕ ਵਿਰੋਧੀ ਫੈਸਲੇ ਕੀਤੇ, ਲੋਕਾਂ ਨੂੰ ਵਾਅਦਿਆਂ ਤੋਂ ਮੁੱਕਰੀ ਹੈ, ਤਾਂ ਉਦੋਂ ਵੱਧ ਦੋਸ਼ੀ ਕੇਂਦਰ ਸਰਕਾਰ ਵੀ ਹੈ। ਸੋ ਅਸੀਂ ਦੋਨਾਂ ਸਰਕਾਰਾਂ ਦੇ ਖਿਲਾਫ ਜਿਹੜਾ ਹੈ ਮੁਹਿੰਮ ਵਿੱਢਾਂਗੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਗੁਰੂ ਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਵਸਾਏ ਪਿੰਡ ਅਕਾਲਗੜ੍ਹ 'ਚ ਇਤਿਹਾਸਕ ਗੁਰਦੁਆਰਾ ਸਾਹਿਬ 'ਚ 19 ਜੁਲਾਈ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਾਏ ਜਾ ਰਹੇ ਨੇ। ਇਸ ਦੌਰਾਨ ਗੁਰਮਤਿ ਦੀਵਾਨ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲਿਆਂ ਵੱਲੋਂ ਸਜਾਏ ਜਾਣਗੇ। ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 10ਵੀਂ ਪੀੜ੍ਹੀ ਵਿੱਚੋਂ 10ਵੇਂ ਵੰਸ਼ਜ ਸੰਤ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬੇਨਤੀ ਹੈ ਕਿ ਇਲਾਕਾ ਨਿਵਾਸੀ ਧਾਰਮਿਕ ਦੀਵਾਨ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।